ਅੱਜ ਜਿਹੜੀ ਖਬਰ ਨੇ ਚਾਈਨਾ ਨੂੰ ਕਾਫੀ ਗੁੱਸੇ 'ਚ ਵੀ ਲਿਆਂਦਾ ਔਰ ਉਹਨਾਂ ਨੇ ਸਟਰੋਂਗਲੀ ਰਿਐਕਟ ਵੀ ਕੀਤਾ ਉਹ ਇਹ ਹੈ ਕਿ US डिफेंस ऑफिशियल ਜਿਹੜੇ ਨੇ ਬਾਈਡਨ ਨੇ ਇੱਕ ਹਾਈ ਪਾਵਰਡ ਡੈਲੀਗੇਸ਼ਨ ਜਿਹੜਾ ਉਹ ਭੇਜਿਆ ਤਾਈਵਾਨ। China warns US of heavy price for backing Taiwan's independence as Biden's defense team lands in Taipei। ਜੇ ਅਮਰੀਕਾ ਇਹ ਸਮਝਦਾ ਹੈ ਕਿ ਯੂਕਰੇਨ ਦੀ ਪੋਜੀਸ਼ਨ ਦਾ ਫਾਇਦਾ ਲੈ ਕੇ ਚਾਈਨਾ ਜਿਹੜਾ ਹੈ ਉਹ ਤਾਈਵਾਨ ਨੂੰ ਹੜਪ ਸਕਦਾ ਹੈ ਤੇ ਚਾਈਨਾ ਨੂੰ ਇਹ ਲੱਗਦਾ ਹੈ ਕਿ ਭਾਈ ਇਸ ਪੀਰੀਅਡ 'ਚ ਜਦੋਂ ਕਿ ਹੁਣ ਅਮਰੀਕਾ ਸਟਰੋਂਗਰ ਹੋ ਕੇ ਨਿਕਲਿਆ ਹੈ, ਯੂਰਪ ਉਹਦੇ ਪਿੱਛੇ ਖੜਾ ਹੈ, ਉਹ ਤਾਈਵਾਨ ਦੀ ਆਜ਼ਾਦੀ ਨੂੰ ਰੈਕਗਨਾਈਜ਼ ਕਰ ਸਕਦਾ ਹੈ ਕਿ ਭਾਈ ਅਸੀਂ ਜਿਹੜਾ ਇਹਨੂੰ ਤਾਈਵਾਨ ਨੂੰ ਇੱਕ ਅਲੱਗ ਮੁਲਕ ਮੰਨਦੇ ਹਾਂ। ਇਹ ਚਾਈਨੀਜ਼ ਫੋਰਨ ਮਿਨਿਸਟਰੀ ਨੇ ਕਿਹਾ Chinese people are firmly determined to defend national sovereignty and territorial integrity. The attempt by US to show support to Taiwan will be in vain no matter who is sent। ਉਹਨਾਂ ਕਿਹਾ ਜੀ ਆ ਤੁਸੀਂ 5 ਭੇਜਣੇ 50 ਭੇਜ ਦਿਓ, ਇਹ ਬਿਲਕੁਲ ਜਿਹੜਾ ਇਸ ਦੇ ਨਾਲ ਕੋਈ ਫਰਕ ਨਹੀਂ ਪੈਗਾ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਇੱਕ ਉੱਚ ਪੱਧਰੀ ਟੀਮ ਤਾਈਵਾਨ ਦੇ 2 ਰੋਜ਼ਾ ਦੌਰੇ ਤੇ ਗਈ ਹੈ ਔਰ ਚੀਨ ਨੇ ਇਸ ਦੇ ਉੱਤੇ ਤਿੱਖਾ ਰਿਐਕਸ਼ਨ ਕੀਤਾ ਹੈ ਔਰ ਅਮਰੀਕਾ ਵਿੱਚ ਇਹ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਜਿਵੇਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਹੈ ਇਵੇਂ ਚੀਨ ਤਾਈਵਾਨ ਤੇ ਹਮਲਾ ਕਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰੂਸ ਵੱਲੋਂ ਯੂਕਰੇਨ ਤੇ ਫੁੱਲ ਸਕੇਲ ਸਾਰੀਆਂ ਡਾਇਰੈਕਸ਼ਨਸ ਤੋਂ ਕੀਤਾ ਅਟੈਕ। ਦੁਨੀਆ ਦੀਆਂ ਨਜ਼ਰਾਂ ਕਈ ਵਾਰ ਇਹ ਹੁੰਦਾ ਹੈ ਕਿ ਵੀ ਜਿਸ ਨੂੰ ਕਹਿੰਦੇ ਨੇ ਕਿ ਵੀ ਕਹੀਂ ਪੇ ਨਿਗਾਹ ਹੈ ਕਹੀਂ ਪੇ ਨਿਸ਼ਾਨਾ, ਕਿ ਦੇਖ ਤੁਸੀਂ ਕਿਤੇ ਰਹੇ ਹੋ ਨਿਸ਼ਾਨਾ ਕਿਤੇ ਹੋਰ ਹੈ। ਸੋ ਜ਼ਾਹਰ ਹੈ ਕਿ ਚਾਈਨਾ ਇਹ ਸਾਰੇ ਤੇ ਕਿਵੇਂ ਰਿਐਕਟ ਕਰੇਗਾ। ਚਾਈਨਾ ਵੀ ਉਹਨੂੰ ਓਬਜ਼ਰਵ ਕਰ ਰਿਹਾ ਹੈ ਕਿ ਵੀ ਜੇ ਰਸ਼ੀਆ ਨੇ ਇਹ ਕੀਤਾ ਤੇ ਜਿਹੜੀਆਂ ਸੈਂਕਸ਼ਨਸ ਤੋਂ ਲੈ ਕੇ ਬਾਕੀ ਜੋ ਕਾਰਵਾਈਆਂ ਹੋ ਰਹੀਆਂ ਨੇ ਕਿਸ ਹੱਦ ਤੱਕ ਵੈਸਟਰਨ ਵਰਲਡ ਜਿਹੜਾ ਹੁਣ ਕੰਸੋਲੀਡੇਟ ਹੋ ਗਿਆ ਅਮਰੀਕਾ ਦੇ ਪਿੱਛੇ। ਹਾਲਾਂ ਪਹਿਲਾਂ ਜਰਮਨ ਦੀ ਹੋਰ ਸੁਰ ਸੀ ਜਦੋਂ ਅਮਰੀਕਾ ਨੇ ਔਕਸ ਬਣਾਇਆ ਆਸਟ੍ਰੇਲੀਆ UK ਔਰ ਅਮਰੀਕਾ ਦਾ ਅਲਾਇੰਸ ਤੇ ਫਰਾਂਸ ਵਿਗੜਿਆ, ਪਰ ਹੁਣ ਇਹ ਨਜ਼ਰ ਆ ਰਿਹਾ ਇਹਨਾਂ 4-5 ਦਿਨਾਂ ਦੇ ਵਿੱਚ ਜਿਹੜਾ ਸਾਰਾ ਵੈਸਟ ਜਿਹੜਾ ਹੈ ਉਹ ਬਿਲਕੁਲ ਅਮਰੀਕਾ ਦੇ ਪਿੱਛੇ ਆ ਕੇ ਖਲੋ ਗਿਆ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀਆਂ ਸੈਂਕਸ਼ਨਸ ਨੇ ਰਸ਼ੀਆ ਦੇ ਉੱਤੇ ਇਹ ਕਾਫੀ ਉਸ ਦਾ ਨੁਕਸਾਨ ਵੀ ਕਰਨਗੀਆਂ ਕਿਉਂਕਿ ਆਲਰੇਡੀ ਉਹਨਾਂ ਦਾ ਰੂਬਲ ਜਿਹੜੀ ਕਰੰਸੀ ਆ ਉਹ 30% ਉਹਦੀ ਡੈਪਰੀਸ਼ੀਏਸ਼ਨ ਹੋਈ ਹੈ ਔਰ ਬਾਕੀ ਫੀਲਡਸ ਦੇ ਵਿੱਚ ਵੀ ਜਿਹੜਾ ਹੈ ਉਹ ਰਸ਼ੀਆ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਔਖਾ ਹੋ ਰਿਹਾ। ਸ਼ਾਇਦ ਮਿਸਟਰ ਪੁਟਿਨ ਇਹ ਉਹਨੂੰ ਅੰਦਾਜ਼ਾ ਨਾ ਹੋਏਗਾ। ਹੁਣ ਇਸ ਸਾਰੇ ਦੇ ਵਿੱਚ ਇੱਕ ਫੀਅਰ ਜਿਹੜਾ ਅਮਰੀਕਾ ਦੇ ਵਿੱਚ ਮੀਡੀਆ ਰਾਹੀਂ ਵੀ ਪਹਿਲਾਂ ਜਿਹਨੂੰ ਕਹਿੰਦੇ ਨੇ ਪਲਾਂਟ ਕੀਤਾ ਗਿਆ, ਕੁਛ ਉਹਦੇ 'ਚ ਜੈਨੂਇਨਨੈਸ ਵੀ ਹੋ ਸਕਦੀ ਹੈ, ਥਿੰਕ ਟੈਂਕਸ ਦੀਆਂ ਡਿਸਕਸ਼ਨ 'ਚੋਂ ਵੀ ਨਿਕਲਦਾ ਰਿਹਾ ਕਿ ਜੀ ਇਸ ਵੇਲੇ ਜਦੋਂ ਕਿ ਅਮਰੀਕਾ ਔਰ ਵੈਸਟ ਸਾਰਾ ਉਹ ਉਲਝਿਆ ਹੋਇਆ ਹੈ ਯੂਕਰੇਨ ਦੇ ਮਾਮਲੇ ਦੇ ਵਿੱਚ, ਚਾਈਨਾ ਜਿਹੜਾ ਉਹ ਤਾਈਵਾਨ ਦੇ ਉੱਤੇ ਜਿਹਦਾ ਪੁਰਾਣਾ ਨਾਂ ਫਾਰਮੂਸ ਹੈ ਔਰ ਚਾਈਨਾ ਦਾ ਹਮੇਸ਼ਾ ਉਹ ਚਾਈਨਾ ਨੂੰ ਆਪਣਾ ਹਿੱਸਾ ਮੰਨਦਾ ਹੈ ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਜਦੋਂ ਚੀਨ ਔਰ ਅਮਰੀਕਾ ਦੇ ਸਬੰਧ ਜੁੜੇ ਜਿਸ ਦੇ ਵਿੱਚ ਪਾਕਿਸਤਾਨ ਨੇ ਕੀ ਰੋਲ ਪਲੇ ਕੀਤਾ 1970s ਅਰਲੀ ਹੈਨਰੀ ਕਿਸਿੰਜਰ ਨਿਕਸਨ ਦੇ ਜ਼ਮਾਨੇ 'ਚ, ਔਰ ਉਹ ਜਿਹੜਾ ਬੇਸਿਕ ਡਾਕੂਮੈਂਟ ਸੀ ਜਿਹੜਾ ਕਿ ਆਪਸੀ ਸਾਂਝ ਦੀ ਜਿਹਦੀ ਸ਼ੁਰੂਆਤ ਵੀ ਹੋਈ ਉਹਦੇ 'ਚ ਵਨ ਚਾਈਨਾ ਪਾਲਿਸੀ ਜਿਹੜੀ ਹੈ ਉਸ ਨੂੰ ਅਮਰੀਕਾ ਨੇ ਐਡਮਿਟ ਕੀਤਾ ਸੀ। ਉਹ ਪੋਜੀਸ਼ਨ ਬੜੀ ਕਲੀਅਰ ਸੀ ਔਰ ਇਹੀ ਕਾਰਨ ਹੈ ਕਿ ਜਿਹੜਾ ਤਾਈਵਾਨ ਉਸ ਵੇਲੇ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਸੀ ਉਹਨੂੰ ਵਿਦਡਰਾ ਕਰਾ ਕੇ ਅੱਜ ਤਾਈਵਾਨ ਨੂੰ ਦੁਨੀਆ ਦੇ ਸਿਰਫ 7 ਜਾਂ 8 ਦੇਸ਼ ਰੈਕਗਨਾਈਜ਼ ਕਰਦੇ ਨੇ, ਅਮਰੀਕਾ ਨਹੀਂ ਕਰਦਾ ਕਿਉਂਕਿ ਚਾਈਨਾ ਦੀ ਕੰਡੀਸ਼ਨ ਹੀ ਇਹ ਸੀ ਕਿ ਭਾਈ ਇਹ ਸਾਡੇ ਮੇਨਲੈਂਡ ਚਾਈਨਾ ਦਾ ਹਿੱਸਾ ਹੈ। ਇਹ ਵੱਖਰੀ ਗੱਲ ਹੈ ਵੀ ਸਾਰੇ ਪੀਰੀਅਡ 'ਚ ਤਾਈਵਾਨ ਦੇ ਵਪਾਰਕ ਦਫ਼ਤਰ ਬਹੁਤ ਸਾਰੇ ਮੁਲਕਾਂ 'ਚ ਅਮਰੀਕਾ ਟਰੇਡ ਵੀ ਕਰਦਾ ਹੈ, ਉਹਨਾਂ ਨੂੰ ਆਪਣੇ ਮਿਜ਼ਾਈਲ ਜਹਾਜ਼ ਹੋਰ ਵੀ ਕਰਦਾ, ਪਰ ਉਹ ਇੰਨਾ ਕੁ ਕਰੀਬ ਹੈ ਚਾਈਨੀਜ਼ ਸਾਹਿਲ ਦੇ ਕਿ ਚਾਈਨਾ ਹਰ ਚੌਥੇ ਦਿਨ ਉੱਥੇ ਉਹਨਾਂ ਨੂੰ ਅਹਿਸਾਸ ਕਰਵਾ ਦਿੰਦਾ ਵੀ ਅਲਟੀਮੇਟਲੀ ਤੁਸੀਂ ਸਾਡਾ ਹੀ ਹਿੱਸਾ ਬਣਨਾ।
ਔਰ ਅਮਰੀਕਾ ਦਾ ਕੋਈ ਇਹ ਵੀ ਨਹੀਂ ਹੈ ਕਿ ਵੀ ਜਿਵੇਂ ਨੈਟੋ ਦੇ ਨਾਲ ਤਾਂ ਅਮਰੀਕਾ ਦੀ ਟ੍ਰੀਟੀ ਹੈ, ਆਪ ਭਾਵੇਂ ਮੈਂਬਰ ਨਹੀਂ ਹੈ, ਕਿ ਜੇ ਉਹਨਾਂ ਦੇ ਕਿਸੇ ਮੁਲਕ ਦੇ ਉੱਤੇ ਹਮਲਾ ਹੋਏ ਤਾਂ ਅਮਰੀਕਾ ਡਿਫੈਂਡ ਕਰੇਗਾ। ਪਰ ਟਰੰਪ ਦੇ ਪੀਰੀਅਡ 'ਚ ਟਰੰਪ ਨੇ ਐਕਸਟਰਾ ਮਾਈਲ ਜਾ ਕੇ ਤਾਈਵਾਨ ਦੇ ਇਸ਼ੂ ਨੂੰ ਇੱਕ ਇਰੀਟੈਂਟ ਬਣਾ ਕੇ, ਕਿਉਂਕਿ ਅਲਟੀਮੇਟਲੀ ਰਸ਼ੀਆ ਦੀ ਇਕੋਨਮੀ ਜਾਂ ਅਦਰਵਾਈਜ਼ ਰਸ਼ੀਆ ਕੋਈ ਚੈਲੰਜ ਨਹੀਂ ਸੀ, ਇਹ ਤਾਂ ਐਵੇਂ ਵਿੱਚ ਆ ਕੇ ਹੀ ਵੱਜਿਆ, ਕਿਉਂਕਿ ਕਿਤੇ ਨਾ ਕਿਤੇ ਉਹਨੂੰ ਪ੍ਰਵੋਕ ਵੀ ਕੀਤਾ ਗਿਆ ਪੁਟਿਨ ਨੂੰ, ਤੇ ਦੂਸਰਾ ਉਹਨੂੰ ਵੀ ਲੱਗਦਾ ਸੀ ਵੀ ਸ਼ਾਇਦ ਅਮਰੀਕਾ ਇਨ ਡਿਸਐਰੇ ਹੈ, ਡਿਵਾਈਸਿਵ ਹੋਇਆ ਹੈ, ਜਿਵੇਂ ਟਰੰਪ ਨੇ ਡਿਵਾਈਡ ਕੀਤਾ ਮੁਲਕ ਨੂੰ, ਉਹ ਸਾਰੇ ਦੇ ਥੱਲੇ ਵੀ ਉਹਦਾ, ਔਰ ਇਹ ਨੈਟੋ ਕਰਕੇ ਜਿਹੜੇ ਮੇਰੇ ਗੁਆਂਢ 'ਚ ਆ ਕੇ ਬਿਠਾ ਰਹੇ ਨੇ ਮਿਜ਼ਾਈਲਾਂ ਲਾਉਣਗੇ, ਔਰ ਦੂਸਰਾ ਸੋ ਉਹਨੇ ਥੋੜ੍ਹਾ ਮਿਸਕੈਲਕੂਲੇਟ ਕੀਤਾ। ਪਰ ਦੂਸਰੇ ਪਾਸੇ ਚਾਈਨਾ ਬਾਰੇ, ਕਿਉਂਕਿ ਮੇਨ ਜਿਹੜਾ ਐਨਮੀ ਹੈ ਅਮਰੀਕਾ ਦਾ ਜਾਂ ਜਿਹੜਾ ਚੈਲੰਜ ਉਹ ਲੌਂਗ ਟਰਮ ਇਕਨੋਮਿਕਲ, ਔਰ ਦੂਸਰਾ ਉਹ ਚਾਈਨਾ ਦੇ ਨਾਲ। ਹੁਣ ਇਸ ਮੌਕੇ 'ਤੇ ਇਹ ਪਹਿਲਾਂ ਪ੍ਰੀਚ ਕੀਤਾ ਗਿਆ ਕਿ ਜੀ ਚਾਈਨਾ ਵੀ ਇਹੀ ਕੁਝ ਕਰ ਸਕਦਾ ਹੈ ਜੋ ਰੂਸ ਨੇ ਯੂਕਰੇਨ 'ਚ ਕੀਤਾ। ਪਰ ਅੱਜ ਜਿਹੜੀ ਖਬਰ ਨੇ ਚਾਈਨਾ ਨੂੰ ਕਾਫੀ ਗੁੱਸੇ 'ਚ ਵੀ ਲਿਆਂਦਾ, ਔਰ ਉਹਨਾਂ ਨੇ ਸਟਰੋਂਗਲੀ ਰਿਐਕਟ ਵੀ ਕੀਤਾ, ਉਹ ਇਹ ਹੈ ਕਿ US ਡਿਫੈਂਸ ਆਫੀਸ਼ੀਅਲ ਜਿਹੜੇ ਨੇ, ਬਾਈਡਨ ਨੇ ਇੱਕ ਹਾਈ ਪਾਵਰਡ ਡੈਲੀਗੇਸ਼ਨ ਜਿਹੜਾ ਉਹ ਭੇਜਿਆ ਤਾਈਵਾਨ, ਔਰ ਜਿਹਨੂੰ ਜੇ ਤੁਸੀਂ ਦੇਖੋ ਬਾਈ ਪਾਰਟੀਸਨ, ਜਿਹਨੂੰ ਹੈੱਡ ਕਰ ਰਹੇ ਨੇ ਜਿਹੜਾ ਸਾਬਕਾ ਜਿਹੜਾ ਫੌਜ ਦਾ ਚੀਫ ਹੈ, ਜਿਹੜਾ ਉਹਨਾਂ ਦਾ ਨਾਂ ਹੈ US ਚੇਅਰਮੈਨ ਆਫ ਜੁਆਇੰਟ ਚੀਫ ਆਫ ਸਟਾਫ ਐਡਮਿਰਲ ਮਾਈਕ ਮਿਊਲਨ, ਇਹ ਸਾਬਕਾ ਹੈ। ਹੁਣ ਇਹਦੇ 'ਚ ਮੈਂ ਦੇਖ ਰਿਹਾ ਸੀ ਕਿ ਸਾਰੇ ਹਾਈ ਲੈਵਲ ਡੈਲੀਗੇਸ਼ਨ 'ਚ ਬਹੁਤੇ ਟਰੰਪ ਈਰਾ ਦੇ ਲੋਕ ਨੇ, ਉਹਨਾਂ 'ਚ ਹੁਣ ਮਾਈਕ ਪੋਂਪੀਓ ਵੀ ਹੈ। ਹੁਣ ਮਾਈਕ ਪੋਂਪੀਓ ਸੈਕਟਰੀ ਆਫ ਸਟੇਟ ਸੀ ਟਰੰਪ ਦੇ ਵੇਲੇ, ਪਰ ਉਹ CIA ਨੂੰ ਵੀ ਹੈੱਡ ਕਰਦਾ ਰਿਹਾ। ਸੋ ਇਹਦੇ ਨਾਲ ਜਿਹੜੇ ਨੇ ਇਹ ਬਾਕੀ ਮੈਂਬਰ ਮਿਸਟਰ ਮੁਲਨ ਦੇ ਡੈਲੀਗੇਸ਼ਨ 'ਚ ਫਾਰਮਰ ਅੰਡਰ ਸੈਕਟਰੀ ਆਫ ਡਿਫੈਂਸ ਫਾਰ ਪਾਲਿਸੀ ਮਾਈਕਲ ਫਲੋਰਨੀ, ਫਾਰਮਰ ਵਾਈਟ ਹਾਊਸ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮੈਗਨ ਓ ਸਲੀਵਾਨ, ਇਹ ਸਭ ਟਰੰਪ ਦੇ ਪੀਰੀਅਡ ਦੇ। ਫਾਰਮਰ ਸੀਨੀਅਰ ਡਾਇਰੈਕਟਰ ਫਾਰ ਏਸ਼ੀਆ ਐਟ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕਾਉਂਸਲ ਮਾਈਕਲ ਗ੍ਰੀਨ, ਐਂਡ ਇਵਾਨ ਮਿਡਿਕਰੋਜ਼, ਫਾਰਮਰ ਸੀਨੀਅਰ ਡਾਇਰੈਕਟਰ ਆਫ ਏਸ਼ੀਅਨ ਅਫੇਅਰਸ ਐਟ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕਾਉਂਸਲ। ਹੁਣ ਇਹ ਸਾਰੇ ਹੀ ਉਹ ਨੇ ਜਿਨ੍ਹਾਂ ਨੇ ਟਰੰਪ ਈਰਾ ਦੇ ਵਿੱਚ ਪ੍ਰੋ ਤਾਈਵਾਨ ਪਾਲਿਸੀ ਜਾਂ ਪੀਪਲਸ ਰਿਪਬਲਿਕ ਆਫ ਚਾਈਨਾ ਨੂੰ ਰੈਟਲ ਕਰਨ ਦੇ ਲਈ ਬਣਾਈ। ਇਹਨਾਂ ਦਾ 2 ਰੋਜ਼ਾ ਦੌਰਾ ਹੈ, ਔਰ ਉਹਨਾਂ ਨੂੰ ਜ਼ਾਹਰ ਹੈ ਰੈੱਡ ਕਾਰਪੇਟ ਵੈਲਕਮ, ਔਰ ਉਹ ਸਾਰੇ ਦੇ ਉੱਤੇ ਹੁਣ ਚਾਈਨਾ ਨੇ ਇਸ ਦੇ ਉੱਤੇ ਸਟਰੋਂਗ ਆਪਣਾ ਰਿਐਕਸ਼ਨ ਦਿੱਤਾ। ਔਰ ਇਹ ਮੇਨ ਜਿਹੜੀ ਇੰਟਰਨੈਸ਼ਨਲ ਨਿਊਜ਼ ਹੈ, ਚਾਈਨਾ ਵਾਰਨਸ US of heavy price for backing Taiwan's independence as Biden's defense team lands in Taipei। ਹੁਣ ਜੇ ਅਮਰੀਕਾ ਇਹ ਸਮਝਦਾ ਹੈ ਕਿ ਯੂਕਰੇਨ ਦੀ ਪੋਜੀਸ਼ਨ ਦਾ ਫਾਇਦਾ ਲੈ ਕੇ ਚਾਈਨਾ ਜਿਹੜਾ ਹੈ ਉਹ ਤਾਈਵਾਨ ਨੂੰ ਹੜਪ ਸਕਦਾ ਹੈ, ਤੇ ਚਾਈਨਾ ਨੂੰ ਇਹ ਲੱਗਦਾ ਹੈ ਕਿ ਭਾਈ ਇਸ ਪੀਰੀਅਡ 'ਚ ਜਦੋਂ ਕਿ ਹੁਣ ਅਮਰੀਕਾ ਸਟਰੋਂਗਰ ਹੋ ਕੇ ਨਿਕਲਿਆ ਹੈ, ਯੂਰਪ ਉਹਦੇ ਪਿੱਛੇ ਖੜਾ ਹੈ, ਉਹ ਤਾਈਵਾਨ ਦੀ ਆਜ਼ਾਦੀ ਨੂੰ ਰੈਕਗਨਾਈਜ਼ ਕਰ ਸਕਦਾ ਹੈ ਕਿ ਭਾਈ ਅਸੀਂ ਜਿਹੜਾ ਇਹਨੂੰ ਤਾਈਵਾਨ ਨੂੰ ਇੱਕ ਅਲੱਗ ਮੁਲਕ ਮੰਨਦੇ ਹਾਂ, ਜੇ ਅਲੱਗ ਮੁਲਕ ਮੰਨਣਗੇ ਉਸ ਦੇ ਉੱਤੇ ਹਮਲਾ ਜਿਹੜਾ ਉਹ ਇੱਕ ਮੁਲਕ 'ਤੇ ਹਮਲਾ ਹੋਏਗਾ, ਔਰ ਅਮਰੀਕਾ ਡਾਇਰੈਕਟ ਇੰਟਰਵੀਨ ਕਰਨ ਦੀ ਵੀ ਜਿਹੜਾ ਕੋਸ਼ਿਸ਼ ਕਰ ਸਕਦਾ। ਹੁਣ ਜਿਹੜਾ ਇਸ ਦੇ ਉੱਤੇ ਚਾਈਨਾ ਨੇ ਜਿਹੜਾ ਐਗਜ਼ੈਕਟਲੀ ਜਿਹੜੇ ਉਹਨਾਂ ਦੇ ਦਾ ਰਿਐਕਸ਼ਨ ਹੈ ਜਾਂ ਲਫ਼ਜ਼ ਨੇ, ਦਾ ਚਾਈਨੀਜ਼ ਪੀਪਲ, ਚਾਈਨੀਜ਼ ਫੋਰਨ ਮਿਨਿਸਟਰੀ ਨੇ ਕਿਹਾ Chinese people are firmly determined to defend national sovereignty and territorial integrity, ਕਿ ਅਸੀਂ ਲੋਕ ਜਾਣਦੇ ਹਾਂ ਕਿ ਆਪਣੇ ਇਲਾਕੇ ਦੀ ਕਿਵੇਂ ਹਿਫਾਜ਼ਤ ਕਰਨੀ ਹੈ, ਆਪਣੀ ਬਾਦਸ਼ਾਹ ਪ੍ਰਭੂ ਸੱਤਾ ਨੂੰ ਕਿਵੇਂ ਡਿਫੈਂਡ ਕਰਨਾ ਹੈ। The attempt by US to show support to Taiwan will be in vain no matter who is sent। ਉਹਨਾਂ ਕਿਹਾ ਜੀ ਆ ਤੁਸੀਂ 5 ਭੇਜੇ ਨੇ 50 ਭੇਜ ਦਿਓ, ਇਹ ਬਿਲਕੁਲ ਜਿਹੜਾ ਇਸ ਦੇ ਨਾਲ ਕੋਈ ਫਰਕ ਨਹੀਂ ਪੈਗਾ। ਚਾਈਨਾ ਅਰਜਿਸ ਦਾ US ਟੂ ਅਬਾਈਡ ਬਾਈ ਵਨ ਚਾਈਨਾ ਪ੍ਰਿੰਸੀਪਲ, ਕਿ ਵੀ ਤੁਸੀਂ ਐਗਰੀ ਕੀਤਾ ਹੋਇਆ ਇੱਕੋ ਚਾਈਨਾ, ਐਵੇਂ ਤੁਖਨੀ ਨਾ ਦਿਓ ਤਾਈਵਾਨ ਨੂੰ। ਔਰ ਇਸ ਦੇ ਨਾਲ ਉਹਨੇ ਕਿਹਾ ਕਿ ਵੀ ਆਈ ਵੰਡਰ ਵਾਟ ਇਜ਼ ਦਾ US ਇੰਟੈਂਸ਼ਨ ਬਿਹਾਈਂਡ ਦਿਸ ਹਾਈ ਪਾਰਟ ਆਫ ਦਿਸ ਪੈਸੇਜ ਆਫ USS, ਕਿਉਂਕਿ ਅਜੇ ਇੱਕ ਦਿਨ ਪਹਿਲਾਂ ਹੀ ਇਹ ਸਾਹਮਣੇ ਆਇਆ ਕਿ ਵੀ ਇਹ ਜਿਹੜਾ ਗਾਈਡਡ ਮਿਸਲ ਡਿਸਟਰੋਇਰ ਹੈ USS ਰੈਲਫ ਜੌਨਸਨ, ਉਹ ਨੇੜਲੇ ਤਾਈਵਾਨ ਦੇ ਔਰ ਚੀਨ ਦੇ ਪਾਣੀਆਂ ਦੇ ਵਿੱਚ ਦੇਖਿਆ ਗਿਆ, ਤਾਈਵਾਨ ਸਟੇਟਸ ਦੇ ਉੱਤੇ। ਉਹਨਾਂ ਨੇ ਕਿਹਾ ਕਿ ਵੀ ਇਹ ਜੋ ਕਰ ਰਿਹਾ ਹੈ ਅਮਰੀਕਾ, ਇਹ ਦੈਟ ਇਜ਼ ਲਾਈਕ ਐਕਸਲਰੇਟਿੰਗ
ਉਹਨਾਂ ਦੇ ਫਾਲ ਨੂੰ ਕਿ ਇਹ ਤਾਈਵਾਨ ਦਾ ਪੱਠਾ ਬਿਠਾ ਰਹੇ ਨੇ ਕਿ ਇਹਨਾਂ ਨੇ ਜਿਹੜਾ US ਗਾਈਡਡ ਮਿਸਲ ਡਿਸਟਰੋਇਰ ਵੀ ਪਾਣੀਆਂ ਦੇ ਵਿੱਚ ਲਿਆਂਦਾ ਹੈ ਔਰ ਹੁਣ ਜਿਹੜਾ ਇਹ ਸੈਪਰੇਟਿਸਟ ਫੋਰਸਿਸ ਨੂੰ ਐਨਕਰੇਜ ਕਰਨ ਦੇ ਲਈ ਇਹਨਾਂ ਦਾ ਇਹ ਹਾਈ ਲੈਵਲ ਡੈਲੀਗੇਸ਼ਨ ਇੱਥੇ ਲਿਆਂਦਾ ਗਿਆ ਔਰ ਉਹਨੇ ਕਨਕਲੂਡ ਕੀਤਾ ਇਫ ਚਾਈਨਾ ਨੇ if the US intends to intimidate China by this, then in front of the 1.4 billion Chinese people united in their steely determination, the so-called military deterrence will be nothing but scrap metal. बड़ी strong statement उन्होंने कहा जे अमरीका समझदा भी ਇਹਦੇ ਨਾਲ ਸਾਨੂੰ ਡਰਾ ਲਏਗਾ ਫਿਰ 1.4 ਬਿਲੀਅਨ ਲੋਕਾਂ ਦੇ ਸਾਹਮਣੇ ਚੀਨੀ ਜਿਨ੍ਹਾਂ ਦੀ ਲੋਹੇ ਵਰਗੇ ਇਰਾਦੇ ਨੇ ਸਟੀਲੀ ਡਿਟਰਮੀਨੇਸ਼ਨ ਹੈ ਉਹਨਾਂ ਦੇ ਲਈ ਆ ਜਿਹੜੇ ਤੁਸੀਂ ਮਿਲਟਰੀ ਡੈਟਰੈਂਸ ਤਾਈਵਾਨ ਨੂੰ ਖੜਾ ਕਰ ਰਹੇ ਹੋ ਇਹ ਸਕ੍ਰੈਪ ਮੈਟਲ ਹੈ ਇਹ ਕਬਾੜੀਏ ਦਾ ਲੋਹ ਹੈ ਅਸੀਂ ਸਟੀਲੀ ਲੋਕ ਹੈ ਸੋ ਅਸੀਂ ਵੀ ਹੋਪ ਕਿ ਵੀ ਅਸੀਂ ਤਾਂ ਫਿਕਰਮੰਦ ਯੂਕਰੇਨ ਨੂੰ ਲੈ ਕੇ ਹੀ ਹੈ ਕਿ ਵੀ ਇਹ ਨਾ ਹੋਏ ਕਿ ਕੋਈ ਨਵਾਂ ਪੁਆੜਾ ਛੇੜ ਕੇ ਬਹਿ ਜਾਣ ਤੇ ਉਸ ਦਾ ਫਿਰ ਕੀ ਹਸ਼ਰ ਹੋਏਗਾ ਨਤੀਜਾ ਕੀ ਨਿਕਲੇਗਾ ਉਹ ਅੰਦਾਜ਼ਾ ਲਾਣਾ ਜਿਹੜਾ ਉਹ ਔਖਾ ਨਹੀਂ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।